ਸਿੱਖ ਵਿਊ ਪੁਆਇੰਟ ਕੀ ਹੈ ਬੰਦੀ ਛੋੜ ਦਿਵਸ ਦਾ। ਅੱਜ ਇਸ ਨੂੰ ਆਪਾਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਰੀਅਲੀ ਮੈਟਰ ਕਰਦੀਆਂ ਨੇ ਜ਼ਿੰਦਗੀ ਦੇ ਵਿੱਚ, ਖਾਸ ਤੌਰ ਦੇ ਉੱਤੇ ਜਿਹੜੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਸੰਬੰਧਿਤ ਆਲਾ ਦਰਜੇ ਦੀਆਂ ਗੱਲਾਂ ਨੇ। ਸੋ ਗੁਰਮਤ ਦਾ ਇੱਕ ਐਟਲੀਸਟ ਜਿਹੜਾ ਇੱਕ ਮਿਨੀਮਮ ਐਂਗਲ ਆ ਉਹ ਆ ਕਿ ਗੁਰੂ ਗ੍ਰੰਥ ਸਾਹਿਬ ਕੀ ਕਹਿ ਰਹੇ ਇਹਦੇ ਬਾਰੇ। ਇੱਕ ਇੰਡੀਵਿਜੂਅਲ ਜਾਂ ਇੱਕ ਸੰਸਥਾ ਜਾਂ ਇੱਕ ਜਥੇਬੰਦੀ ਕੀ ਕਹਿ ਰਹੀ ਹੈ, ਉਹ ਉਹਨਾਂ ਦਾ ਵਿਊ ਹੋ ਸਕਦਾ, ਇਹ ਓਪੀਨੀਅਨ ਹੋ ਸਕਦਾ, ਐਨ ਓਪੀਨੀਅਨ ਜਿਹਨੂੰ ਆਪਾਂ ਕਹਿੰਦੇ ਆ। ਬਟ ਜੇ ਅਸੀਂ ਗੁਰਮਤ ਦੇਣੀ ਆ, ਫਿਰ ਘੱਟ ਤੋਂ ਘੱਟ ਜੋ ਗੁਰੂ ਕਹਿ ਰਿਹਾ ਉਹ ਦੱਸਣਾ ਜ਼ਰੂਰੀ ਆ, ਉਹਦੀ ਇੰਟਰਪ੍ਰੀਟੇਸ਼ਨ ਕੀ ਆ, ਫਿਰ ਉਹ ਗੁਰੂਆਂ ਨੇ ਜੀਆ ਕਿਵੇਂ ਆ, ਉਹਨੂੰ ਇਤਿਹਾਸ ਵਿੱਚ ਉਹਦਾ ਕਿਵੇਂ ਪਤਾ ਲੱਗਦਾ, ਫਿਰ ਉਹਦੀ ਐਡੈਪਟੇਸ਼ਨ ਅੱਜ ਦੇ ਕਰੰਟ ਟਾਈਮ ਸਮਕਾਲੀ ਸਮੇਂ ਵਿੱਚ ਕਿਵੇਂ ਹੋਵੇ। ਉਹਨਾਂ ਨੂੰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਦ ਉੱਥੇ ਗਵਾਲੀਅਰ ਦੇ ਕਿਲੇ ਵਿੱਚ ਕੈਦ ਕੀਤੇ ਗਏ ਸੀ, ਆਪਣੀ ਇਕੱਲੀ ਰਿਹਾਈ ਨਹੀਂ, ਸਾਰੀ ਬਾਕੀ ਪੋਲੀਟੀਕਲ ਨੂੰ ਰਿਹਾਈ ਕਰਾਉਣਾ। ਫਿਰ ਉਸ ਵੇਲੇ ਦਾ ਜਿਹੜਾ ਸਾਡਾ ਸੈਕੰਡਰੀ ਟੈਕਸਟ ਐਡੀਸ਼ਨ ਆ, ਉੱਥੇ ਸੀਗਾ ਹਰਦਾਸ ਦਰੋਗਾ। ਅੱਛਾ ਜੀ। ਉਹਦਾ ਨਾਂ ਹੈ ਵੈਸੇ ਹਰਦਾਸ ਯਾਦਵ। ਉਹਨੇ ਇਹ ਸਿਸਟਮ ਕ੍ਰੀਏਟ ਕਰਾਇਆ ਕਿ ਭਾਈ ਉਹਨੇ ਫਿਰ ਦੀਵੇ ਜਵਾਏ ਅਗਲੇ ਦਿਨ। ਹੁਣ ਦੁਬਾਰਾ ਇਹ ਗੱਲ ਸ਼ੁਰੂ ਹੋ ਗਈ ਅਕਾਲ ਤਖਤ ਸਾਹਿਬ ਨੂੰ ਕਿਵੇਂ ਆਜ਼ਾਦ ਕਰਾਉਣਾ। ਬਟ ਜਿਹੜੇ ਗੱਲ ਕਰ ਰਹੇ ਨੇ ਮੇਰੇ ਵਰਗੇ, ਜਾਂ ਜਿਹੜੇ ਕਹਿੰਦੇ ਇਹਦਾ ਪਲਾਨ ਬਣਾਓ, ਕਿ ਉਹਨਾਂ ਵਿੱਚ ਇਹ ਨਾਮ ਦਾ ਦੀਵਾ ਜਲ ਰਿਹਾ। ਇਨਫੈਕਟ ਗੁਰਬਾਣੀ 'ਚ ਤਾਂ ਇਹ ਆ ਗਿਆ ਕਿ ਸਿਰਫ ਇਹ ਨਾਮ ਦਾ ਤੇਲ ਨਹੀਂ ਪਾਉਣਾ, ਇਵੈਂਚੁਅਲੀ ਦੀਵਾ ਹੀ ਤੁਹਾਡਾ ਨਾਮ ਬਣ ਜਾਵੇ। ਮਤਲਬ ਇਹ ਬੋਡੀ, ਸਾਡੀ ਐਗਜ਼ਿਸਟੈਂਸ ਹੀ ਨਾਮ ਬਣ ਜਾਵੇ। ਮਤਲਬ ਉਹ ਰਿਲੇਸ਼ਨਸ਼ਿਪ ਬਣ ਗਈ। ਹੁਣ ਇਹ ਆ, ਹੁਣ ਜਿਹੜਾ ਇਹ ਵਿਚਾਰ ਦਿਨ ਬ ਦਿਨ ਜ਼ੋਰ ਫੜ ਰਿਹਾ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਫਿਲਾਸਫੀ ਨਹੀਂ, ਕੋਈ ਨਿਯਮ ਦੀ ਗੱਲ ਚੱਲ ਰਹੀ ਆ, ਕਿਸੇ ਖਾਸ ਅਹਿਸਾਸ ਦੀ ਗੱਲ ਹੈ, ਔਰ ਉਹ ਰੋਮਾਂਟਿਕ ਤੇ ਪੋਇਟਿਕ ਹੈ। ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਤੁਸੀਂ ਸ਼ਾਮਿਲ ਹੋ ਦ ਹਰਜਿੰਦਰ ਥਿੰਦ ਸ਼ੋ ਵਿੱਚ। ਇਹ ਸਿੱਖ ਵਿਊ ਪੁਆਇੰਟ ਕੀ ਹੈ ਬੰਦੀ ਛੋੜ ਦਿਵਸ ਦਾ। ਅੱਜ ਇਸ ਨੂੰ ਆਪਾਂ ਸਮਝਣ ਦੀ ਕੋਸ਼ਿਸ਼ ਕਰਾਂਗੇ ਅਤੇ ਜਿਹੜਾ ਦੁਨੀਆ ਦਾ ਸੰਸਾਰਕ ਐਂਗਲ ਕੀ ਹੈ ਇਸ ਦੇ ਬਾਰੇ 'ਚ, ਅਤੇ ਗੱਲਬਾਤ ਹੋਏਗੀ ਕਿ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਰੀਅਲੀ ਮੈਟਰ ਕਰਦੀਆਂ ਨੇ ਜ਼ਿੰਦਗੀ ਦੇ ਵਿੱਚ, ਖਾਸ ਤੌਰ ਦੇ ਉੱਤੇ ਜਿਹੜੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਸੰਬੰਧਿਤ ਆਲਾ ਦਰਜੇ ਦੀਆਂ ਗੱਲਾਂ ਨੇ, ਔਰ ਉਹ ਅਸੀਂ ਜ਼ਿੰਦਗੀ 'ਚ ਕਿਵੇਂ ਲਾਗੂ ਕਰ ਸਕਦੇ ਹਾਂ। ਸਰ ਹਰਿੰਦਰ ਸਿੰਘ ਜੀ ਇਸ ਬਾਰੇ ਸਾਨੂੰ ਦੱਸਣਗੇ। ਜੀ ਆਇਆਂ ਨੂੰ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਗੁਰੂ ਫਤਿਹ ਜੀ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਪਹਿਲਾਂ ਤਾਂ ਤੁਹਾਨੂੰ ਬੰਦੀ ਛੋੜ ਦਿਵਸ ਦੀ ਮੁਬਾਰਕ ਹੋਏ। ਫਿਰ ਇਸ ਦੀ ਰੈਲੇਵੈਂਸ ਬਾਰੇ ਸਾਨੂੰ ਸਮਝਾਓ, ਸਿੱਖ ਪੁਆਇੰਟ ਆਫ ਵਿਊ ਤੋਂ ਅੱਜ ਦੇ ਦਿਨ ਦੀ ਕੀ ਰੈਲੇਵੈਂਸ ਆ। ਜ਼ਰੂਰ ਜੀ। ਆਪ ਦੇ ਨੂੰ ਅਤੇ ਆਪ ਦੇ ਦਰਸ਼ਕਾਂ ਨੂੰ ਵੀ ਮੁਬਾਰਕਾਂ ਹੋਣ ਦੀਵਾਲੀ ਦੀਆਂ, ਬੰਦੀ ਛੋੜ ਦਿਵਸ ਦੀਆਂ। ਦੇਖੋ, ਪਹਿਲੀ ਗੱਲ ਇਹ ਹੈ ਕਿ ਸਿੱਖ ਵਿਊ ਪੁਆਇੰਟ ਹੈ ਕੀ, ਇਹ ਗੱਲ ਕਰਨੀ ਪੈਣੀ ਹੈ, ਕਿਉਂਕਿ ਸਾਰੇ ਹੀ ਆਪਣੇ ਓਪੀਨੀਅਨ ਦੇ ਰਹੇ ਨੇ, ਅਤੇ ਕਈ ਵਾਰ ਨਾ ਬੜੇ ਅਪੋਜ਼ਿੰਗ ਓਪੀਨੀਅਨਸ ਹੁੰਦੇ ਨੇ, ਅਤੇ ਦੋਨੋਂ ਜਣੇ ਕਹਿ ਰਹੇ ਹੁੰਦੇ ਆ ਗੁਰਮਤ ਆ। ਸੋ ਗੁਰਮਤ ਦਾ ਇੱਕ ਐਟਲੀਸਟ ਜਿਹੜਾ ਇੱਕ ਮਿਨੀਮਮ ਐਂਗਲ ਆ, ਉਹ ਆ ਕਿ ਗੁਰੂ ਗ੍ਰੰਥ ਸਾਹਿਬ ਕੀ ਕਹਿ ਰਿਹਾ ਇਹਦੇ ਬਾਰੇ। ਇੱਕ ਇੰਡੀਵਿਜੂਅਲ ਜਾਂ ਇੱਕ ਸੰਸਥਾ ਜਾਂ ਇੱਕ ਜਥੇਬੰਦੀ ਕੀ ਕਹਿ ਰਹੀ ਹੈ, ਉਹ ਉਹਨਾਂ ਦਾ ਵਿਊ ਹੋ ਸਕਦਾ, ਇਹ ਓਪੀਨੀਅਨ ਹੋ ਸਕਦਾ, ਐਨ ਓਪੀਨੀਅਨ ਜਿਹਨੂੰ ਆਪਾਂ ਕਹਿੰਦੇ ਆ। ਬਟ ਜੇ ਅਸੀਂ ਗੁਰਮਤ ਦੇਣੀ ਆ, ਫਿਰ ਘੱਟ ਤੋਂ ਘੱਟ ਜੋ ਗੁਰੂ ਕਹਿ ਰਿਹਾ ਉਹ ਦੱਸਣਾ ਜ਼ਰੂਰੀ ਆ, ਉਹਦੀ ਇੰਟਰਪ੍ਰੀਟੇਸ਼ਨ ਕੀ ਆ, ਫਿਰ ਉਹ ਗੁਰੂਆਂ ਨੇ ਜੀਆ ਕਿਵੇਂ ਆ, ਉਹਨੂੰ ਇਤਿਹਾਸ ਵਿੱਚ ਉਹਦਾ ਕਿਵੇਂ ਪਤਾ ਲੱਗਦਾ, ਫਿਰ ਉਹਦੀ ਐਡੈਪਟੇਸ਼ਨ ਅੱਜ ਦੇ ਕਰੰਟ ਟਾਈਮ ਸਮਕਾਲੀ ਸਮੇਂ ਵਿੱਚ ਕਿਵੇਂ ਹੋਵੇ, ਉਹ ਬਣਦੀ ਆ ਗੁਰਮਤ। ਕਿਉਂਕਿ ਇਟਸ ਅ ਮਤ, ਅੰਡਰਸਟੈਂਡਿੰਗ ਆ, ਵਿਜ਼ਡਮ ਆ, ਸਮਝ ਆ, ਤਾਂ ਕਿ ਅਸੀਂ ਜੀ ਸਕੀਏ ਉਸ ਤਰੀਕੇ ਦੇ ਨਾਲ। ਸੋ ਜਦ ਅਸੀਂ ਬੰਦੀ ਛੋੜ ਦਿਵਸ ਦੀ ਗੱਲ ਕਰਦੇ ਹਾਂ, ਫਿਰ ਮੈਂ ਇਹੀ ਅਪਲਾਈ ਕਰ ਦਿੰਦਾ। ਹਾਂਜੀ। ਗੁਰੂ ਗੁਰੂ ਗ੍ਰੰਥ ਸਾਹਿਬ ਵਿੱਚ ਬੰਦੀ ਛੋੜ ਲਫ਼ਜ਼ ਆਇਆ, ਉੱਥੇ ਆਇਆ ਵਾਹਿਗੁਰੂ ਦੇ ਲਈ। ਅੱਛਾ। ਕਿ ਜਿਹੜਾ ਨਿਰੰਕਾਰ ਆ, ਉਹ ਸਾਰਿਆਂ ਦੀ ਜਿਹੜੀਆਂ ਸਾਡੀਆਂ, ਅਸੀਂ ਇੰਪ੍ਰਿਜ਼ਨਡ ਆ ਨਾ, ਅਸੀਂ ਬੰਦੇ ਹੋਏ ਆ, ਉਹ ਸਾਨੂੰ ਛੁਡਵਾਊਗਾ, ਉਹੀ ਛੁਡਵਾ ਸਕਦਾ ਬਸ। ਗੁਰੂ ਗ੍ਰੰਥ ਸਾਹਿਬ 'ਚ ਬੰਦੀ ਛੋੜ ਵਾਹਿਗੁਰੂ ਲਈ, ਇੱਕ ਓਂਕਾਰ ਲਈ, ਰੱਬ ਲਈ ਆਇਆ। ਅੱਛਾ। ਹੁਣ ਗੁਰੂ ਗ੍ਰੰਥ ਸਾਹਿਬ ਵਿੱਚ ਸਾਨੂੰ ਇਹ ਵੀ ਦੱਸਿਆ ਜਾਂਦਾ ਕਿ ਜਿਹੜੇ ਗੁਰੂ ਸਾਹਿਬਾਨ ਨੇ ਉਹ ਰੱਬ ਵਾਂਗੂ ਬਣ ਗਏ ਸੀ, ਹੈ ਨਾ। ਅਤੇ ਫਿਰ ਜਦ ਭਾਈ ਗੁਰਦਾਸ ਜੀ ਦੱਸਦੇ ਨੇ, ਫਿਰ ਉਹ ਸਤਿਗੁਰੂ ਲਈ ਲਫ਼ਜ਼ ਵਰਤਦੇ ਨੇ ਕਿ ਸਤਿਗੁਰ ਬੰਦੀ ਛੋੜ ਹੈ। ਇੱਥੋਂ ਫਿਰ ਪਸੰਦ ਕਿਉਂਕਿ ਉਹਨਾਂ ਨੇ ਕਿਹਾ ਕਿ ਆਪਣੇ ਜੀਂਦੇ ਜੀ ਲਾਈਫ ਵਿੱਚ ਉਹਨੇ ਮੁਕਤੀ ਦਵਾਈ। ਉਹ ਹੁਣ ਗੁਰੂ ਹਰਗੋਬਿੰਦ ਪਾਤਸ਼ਾਹ ਵੇਲੇ ਅਸੀਂ ਦੇਖਦੇ ਹਾਂ ਕਿ ਸਮੇਂ ਦੀ ਸਰਕਾਰ ਨੇ ਇੰਪ੍ਰਿਜ਼ਨ ਹੀ ਕੀਤਾ ਨਾ। ਅੱਜ ਇਸ ਲਈ ਵਰਡ ਹੈਗਾ ਪੋਲੀਟੀਕਲ ਪ੍ਰਿਜ਼ਨਰ। 52 ਰਾਜੇ ਮੰਨੇ ਜਾਂਦੇ ਨੇ ਉੱਥੇ, ਪੋਲੀਟੀਕਲ ਪ੍ਰਿਜ਼ਨਰ ਹੋਰ ਵੀ ਰਿਹਾ ਕਰਾਏ। ਮਤਲਬ ਜੇ ਤੁਹਾਡਾ ਆਈਡੀਓਲੋਜੀਕਲ ਡਿਫਰੈਂਸ ਆ, ਜੋ ਅੱਜ ਕੱਲ੍ਹ ਬਹੁਤ ਵੱਧ ਰਿਹਾ, ਇਹਨਾਂ ਨੂੰ ਪੋਲੀਟੀਕਲ ਪ੍ਰਿਜ਼ਨਰਸ ਆਫ ਕੌਂਸ਼ੀਅੰਸ ਵੀ ਕਹਿੰਦੀ ਹੈ ਐਮਨੈਸਟੀ ਇੰਟਰਨੈਸ਼ਨਲ,
ਉਹਨਾਂ ਨੂੰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਦ ਉੱਥੇ ਗਵਾਲੀਅਰ ਦੇ ਕਿਲੇ ਵਿੱਚ ਕੈਦ ਕੀਤੇ ਗਏ ਸੀ, ਆਪਣੀ ਇਕੱਲੀ ਰਿਹਾਈ ਨਹੀਂ, ਸਾਰੀ ਬਾਕੀ ਪੋਲੀਟੀਕਲ ਨੂੰ ਰਿਹਾਈ ਕਰਾਉਣਾ। ਫਿਰ ਉਸ ਵੇਲੇ ਦਾ ਜਿਹੜਾ ਸਾਡਾ ਸੈਕੰਡਰੀ ਟੈਕਸਟ ਐਡੀਸ਼ਨ ਆ, ਉੱਥੇ ਸੀਗਾ ਹਰਦਾਸ ਦਰੋਗਾ। ਅੱਛਾ ਜੀ। ਉਹਦਾ ਨਾਂ ਹੈ ਵੈਸੇ ਹਰਦਾਸ ਯਾਦਵ। ਉਹਨੇ ਇਹ ਸਿਸਟਮ ਕ੍ਰੀਏਟ ਕਰਾਇਆ ਕਿ ਭਾਈ ਉਹਨੇ ਫਿਰ ਦੀਵੇ ਜਵਾਏ ਅਗਲੇ ਦਿਨ। ਅੱਛਾ। ਹਾਂਜੀ, ਗਵਾਲੀਅਰ ਮੈਂ ਛੋਟਾ ਹੁੰਦਾ ਜੀ ਝਾਂਸੀ 'ਚ 12 ਸਾਲ ਦੀ ਉਮਰ ਤੱਕ ਕਰ ਰਿਹਾ। ਐਟਲੀਸਟ 5-6 ਦਿਵਾਲੀਆਂ ਮੈਂ ਗਵਾਲੀਅਰ ਦੇ ਕਿਲੇ ਆਪਣੀ ਫੈਮਿਲੀ ਦੇ ਨਾਲ ਅਸੀਂ ਮਨਾਉਣ ਜਾਂਦੇ ਸੀ। ਅਸੀਂ ਘੰਟਾ ਕੁ ਦੂਰ ਸੀਗੇ ਗਵਾਲੀਅਰ ਤੋਂ। ਤੇ ਉਹ ਬੜੀ ਮੈਮਰੀ ਹੈ ਉਹ ਫੋਰਟ ਦੀ ਨਾ, ਤੁਰ ਕੇ ਜਾਣਾ। ਹੁਣ ਤਾਂ ਸੜਕ ਉੱਤੇ ਤੱਕ ਚਲੀ ਗਈ, ਪਹਿਲਾਂ ਉੱਚੀ ਜਾਣਾ ਪੈਂਦਾ ਸੀਗਾ। ਫਿਰ ਉੱਥੇ ਗੁਰਦੁਆਰੇ ਵਿੱਚ ਇਹ ਗੱਲ ਕਈ ਦੱਸੀ ਜਾਂਦੀ ਸੀ ਆਮ ਹੀ, ਤੇ ਸਾਡੇ ਸੈਕੰਡਰੀ ਟੈਕਸਟ ਵਿੱਚ ਆ। ਤੇ ਦੀਪਮਾਲਾ ਉਸ ਵੇਲੇ ਕੀਤੀ ਗਈ ਲੋਕਾਂ ਵੱਲੋਂ, ਹਰਦਾਸ ਦਰੋਗੇ ਨੇ ਆਪ ਕੀਤੀ ਕਿ ਆਹ ਹੈਗਾ ਅਸਲੀ ਰਾਜਾ ਤਾਂ ਇਹ ਆ ਅਸਲੀ ਐਮੈਨਿਸਿਪੇਟਰ। ਜਿਹਨੇ ਬਾਕੀ ਦੇ ਪੋਲੀਟੀਕਲ ਪ੍ਰਿਜ਼ਨਰ ਵੀ ਰਿਲੀਜ਼ ਕਰਾਏ। ਉਸ ਤੋਂ ਬਾਅਦ ਉਹ ਦਰਬਾਰ ਸਾਹਿਬ ਅੰਮ੍ਰਿਤਸਰ ਜਿਹੜੀ ਆਪਾਂ ਦੀਪਮਾਲਾ ਅੱਜ ਕੱਲ੍ਹ ਹੋ ਰਹੀ ਆ, ਉਹ ਤਾਂ ਬਾਅਦ 'ਚ ਹੋਈ ਸੀਗੀ, ਹੈ ਨਾ, ਕਿਉਂਕਿ ਉਹ ਤਾਂ ਮਹੀਨੇ ਵੀ ਨਿਕਲ ਗਏ ਸੀ ਕਈ ਹਿਸਟੋਰੀਕਲੀ। ਸੋ ਦਾ ਆਈਡੀਆ ਇਸ ਕਿ ਦੁਨੀਆ ਦੇ ਵਿੱਚ ਇਹ ਦੋ ਅੰਗਲ ਆ ਗਏ, ਗੁਰਬਾਣੀ ਦਾ ਤੇ ਹਿਸਟਰੀ ਦਾ। ਹੁਣ ਇਹਦੇ ਲਈ ਰੈਲੇਵੈਂਸ ਕੀ ਹੈ ਸਾਡੇ ਲਈ ਰੈਲੇਵੈਂਸ ਉਹੀ ਹੈ। ਦੇਖੋ, ਹਰ ਕਲਚਰ ਦੇ ਵਿੱਚ ਫੈਸਟੀਵਲ ਆਫ ਲਾਈਟ ਹੈਗਾ, ਸਿਰਫ ਰਾਮ ਚੰਦਰ ਦੇ ਬਨਵਾਸ ਤੋਂ ਆਉਣ ਦਾ ਨਹੀਂ ਆ। ਈਵਨ ਜਿਹੜਾ ਬੁੱਧਿਸਟ ਟ੍ਰੈਡੀਸ਼ਨ ਵੀ ਹਿੰਦੁਸਤਾਨ ਦਾ, ਵਿਸਾਖ ਜਦੋਂ ਉਹਨਾਂ ਦਾ ਮਨਾਉਂਦਾ ਹੈਗਾ, ਗੌਤਮ ਸਿਧਾਰਥ ਦਾ, ਜਿਹਨੂੰ ਅਸੀਂ ਹੁਣ ਬੁੱਧਾ ਆਖਦੇ ਹਾਂ, ਉਹ ਵੀ ਦੀਪਮਾਲਾ ਕਰਦੇ ਨੇ। ਇਥੀਓਪੀਆ ਵਿੱਚ ਵੀ ਕੀਤੀ ਜਾਂਦੀ ਆ। ਕ੍ਰਿਸਚਨਸ ਵੀ ਕ੍ਰਿਸਮਸ ਵੇਲੇ ਲਾਈਟਸ ਹੀ ਕਰਦੇ ਨੇ ਨਾ। ਯਹੂਦੀਜ਼, ਜਿਊਜ਼ ਵੀ ਹਾਨੂਕਾ, ਜਿਹਨੂੰ ਚਾਨੁਕਾ ਵੀ ਕਿਹਾ ਜਾਂਦਾ ਸੀ, ਮਨਾਉਣ ਵੇਲੇ ਲਾਈਟਸ ਹੀ ਕਰਦੇ ਨਾ। ਇਰਾਨੀਅਨ ਫੈਸਟੀਵਲ ਵੀ ਇਹੀ ਆ। ਇਹ ਇੱਕ ਗਲੋਬਲ ਫਿਨੋਮੇਨਾ, ਕਿਉਂਕਿ ਇਹਦਾ ਸਿੰਬਲਿਜ਼ਮ ਹੈਗਾ ਕਿ ਹਨੇਰੇ ਨੂੰ ਦੂਰ ਕਰਨਾ, ਬੁਰਾਈ ਨੂੰ ਦੂਰ ਕਰਨਾ। ਇਹ ਇਹਦੀ ਸਿਗਨੀਫਿਕੈਂਸ ਹਿਸਟਰੀ ਵਿੱਚ, ਸਿੱਖਾਂ ਵਿੱਚ ਵੀ ਆਈ ਹੋਈ ਆ। ਰੋਸ਼ਨੀ ਦਾ ਹਨੇਰੇ ਨੂੰ ਖਤਮ ਕਰਨਾ ਹੀ, ਜਿਹੜੀ ਇਹ ਚਾਨਣ ਹੋ ਜਾਣਾ, ਇਹ ਵੱਡੀ ਗੱਲ ਆ। ਐਬਸੋਲੂਟਲੀ ਦਾ ਖਤਮ ਰੋਸ਼ਨੀ ਹੀ ਕਰ ਸਕਦੀ। ਰੋਸ਼ਨੀ ਦਾ ਸਿੰਬਲ, ਹਨੇਰਾ ਸਿੰਬਲਿਜ਼ਮ ਹੁੰਦਾ ਹੈਗਾ ਡਾਰਕਨੈਸ, ਜਿਹਨੂੰ ਆਪਾਂ ਕਹਿ ਦਿੰਦੇ ਆ ਅਗਿਆਨਤਾ ਦਾ। ਤੇ ਰੋਸ਼ਨੀ ਸਿੰਬਲਿਜ਼ਮ ਹੈਗਾ ਵਿਜ਼ਡਮ ਦਾ, ਮਤ ਦਾ, ਗਿਆਨ ਦਾ। ਤੇ ਇਨਫੈਕਟ ਜਿਹੜਾ ਗੁਰੂ ਦਾ ਐਟਮੋਲੋਜੀਕਲ ਮੀਨਿੰਗ ਹੈਗਾ, ਮਤਲਬ ਜਿਹੜੀ ਉਹਦੀ ਨਿਰੁਕਤੀ ਜੇ ਦੇਖੀਏ, ਹਿੰਦੁਸਤਾਨੀ ਪਰੰਪਰਾ 'ਚੋਂ ਲਫ਼ਜ਼ ਆਇਆ ਨਾ। ਗੂ ਦਾ ਮਤਲਬ ਹੈ ਡਾਰਕਨੈਸ, ਰੂ ਦਾ ਮਤਲਬ ਹੈ ਲਾਈਟ। ਜਿਹੜਾ ਤੁਹਾਨੂੰ ਅਗਿਆਨਤਾ ਤੋਂ ਗਿਆਨ ਵੱਲ ਲੈ ਜਾਵੇ, ਉਹੀ ਗੁਰੂ ਹੈ। ਹਾਂ, ਇਹ ਨਹੀਂ ਜਿਹੜੇ ਸਫਾਈਆਂ ਦੇ ਰਹੇ ਨੇ, ਅੱਜ ਦੀ ਨਿਊਜ਼ ਵਿੱਚ ਵੀ ਆਈਆਂ ਸੀਗੀਆਂ, ਕਿਉਂਕਿ ਹੁਣ ਤੱਕ ਸਤਿਗੁਰੂ ਵੀ ਬੜੇ ਨੇ, ਗੁਰੂ ਵੀ ਬੜੇ ਨੇ। ਬਟ ਗੁਰਬਾਣੀ 'ਚ ਉਹਦਾ ਬੜਾ ਕਲੀਅਰਲੀ ਆਇਆ ਕਿ ਭਾਈ ਗੁਰਦਾਸ ਜੀ ਨੇ ਵੀ ਲਿਖਿਆ, ਇਹ ਤਾਂ ਸਾਵਣ ਦੀਆਂ ਭੰਬੀਰੀਆਂ ਨੇ, ਇਹ ਤਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ, ਇਹ ਨਹੀਂ ਗੁਰੂ ਹੈਗੇ। ਗੁਰੂ ਤਾਂ ਜਿਹੜਾ ਵਾਕਈ ਤੁਹਾਡੀ ਲਾਈਫ ਦੇ ਵਿੱਚ ਚਾਨਣਾ ਦੇ ਰਿਹਾ। ਜਿਹੜੇ ਪਰਫਾਰਮੈਂਸ ਤੇ ਡਰਾਮਾ ਤੇ ਥੀਏਟਰ ਆ, ਉਹ ਨਹੀਂ ਗੁਰੂ। ਬਿਲਕੁਲ। ਔਰ ਉਹਨਾਂ ਦੀ ਹੁਣ ਗੈਰ ਹਾਜ਼ਰੀ ਦੇ ਵਿੱਚ ਵੀ ਉਹਨਾਂ ਦੇ ਵਚਨ ਨੇ, ਜਿਹੜੇ ਉਹਨਾਂ ਦੇ ਸ਼ਬਦ ਨੇ, ਉਹ ਵੀ ਰੋਸ਼ਨੀ ਬਖਸ਼ ਰਹੇ ਨੇ। ਐਬਸੋਲੂਟਲੀ, ਕਿਉਂਕਿ ਜਿਹੜੀ ਵਿਜ਼ਡਮ ਆ, ਜਿਹਨੂੰ ਅਸੀਂ ਸ਼ਬਦ ਅਗਿਆਨ, ਜਿਹਨੂੰ ਅੱਜ ਕੱਲ੍ਹ ਸ਼ਬਦ ਆਖ ਦਿੰਦੇ ਆ, ਉਹ ਤਾਂ ਸ਼ੁਰੂਆਤ ਤੋਂ ਆ ਰਹੀ, ਆਦਿ ਕਾਲ ਤੋਂ ਆ। ਬਟ ਉਹਨੂੰ ਦੱਸਣ ਲਈ, ਉਹਨੂੰ ਪ੍ਰਤੱਖ ਰੂਪ ਉਹਦਾ ਦਿਖਾਉਣ ਲਈ ਗੁਰੂ ਸਾਹਿਬਾਨ ਨੇ ਦੱਸਿਆ ਕਿ ਬਈ ਇਹ ਤਾਂ ਸਾਰਿਆਂ ਨੂੰ ਅਵੇਲੇਬਲ ਆ। ਜਿਵੇਂ ਹੁਣ ਆਪਾਂ ਦੀਵਾਲੀ ਦੀ ਵੀ ਹੈਗਾ ਇੱਥੇ ਗੱਲ ਕਰ ਲਈਏ, ਕਿਉਂਕਿ ਦੀਵੇ ਬਾਲੀ ਦੇ ਨੇ, ਦਰਬਾਰ ਸਾਹਿਬ ਵੀ ਬਾਲ ਰਹੇ ਨੇ, ਬਾਕੀ ਸੰਸਥਾਵਾਂ ਤੇ ਘਰਾਂ 'ਚ ਵੀ, ਤੇ ਕਲਚਰ ਦੇ ਵਿੱਚ ਵੀ ਦੀਵੇ ਬਾਲੇ ਜਾਂਦੇ ਨੇ, ਰਾਈਟ। ਹੁਣ ਗੁਰਬਾਣੀ 'ਚ ਇਹਦੀ ਗੱਲ ਆਈ ਆ, ਉੱਥੇ ਕੁਐਸਚਨ ਉਠਾਇਆ, ਕਿਉਂਕਿ ਚਾਨਣਾ ਤਾਂ ਅੰਦਰੋਂ ਦੇਣਾ ਨਾ, ਇਕੱਲੇ ਦੀਵੇ ਬਾਲ ਕੇ ਚਾਨਣਾ ਨਹੀਂ ਆਊਗਾ। ਉਹ ਤਾਂ ਇੱਕ ਅਸੀਂ ਸੈਲੀਬ੍ਰੇਸ਼ਨ ਆ। ਸੈਲੀਬ੍ਰੇਸ਼ਨ ਦੇ ਪਿੱਛੇ ਰਾਜ਼ ਕੀ ਹੈ ਕਿ ਸਾਡੇ ਅੰਦਰ ਕਿਵੇਂ ਚਾਨਣਾ ਆਵੇ। ਸੋ ਗੁਰਬਾਣੀ 'ਚ ਕੁਐਸਚਨ ਹੈਗਾ, ਜਿਹਨੂੰ ਅਸੀਂ ਕਹਿੰਦੇ ਰੈਟੋਰੀਕਲ ਕੁਐਸਚਨ, ਬਿਨ ਤੇਲ ਦੀਵਾ ਕਿਉਂ ਜਲੈ। ਰਹਾਓ ਲਾਈਨ ਹੀ ਹੈ ਸ਼ਬਦ ਦੀ। ਅੱਛਾ ਜੀ। ਹੁਣ ਕੁਐਸਚਨ ਇਹ ਹੈ ਕਿ ਤੁਸੀਂ ਜਿਹੜਾ ਦੀਵਾ ਜਲਾ ਰਹੇ ਹੋ, ਉਹਦੇ 'ਚ ਤੇਲ ਕਿਹੜਾ ਪਾ ਰਹੇ ਹੋ ਤਾਂ ਕਿ ਤੁਹਾਡੇ ਅੰਦਰ ਰੋਸ਼ਨੀ ਆਵੇ। ਇਹ ਕੁਐਸਚਨ ਹੈ ਬਸ। ਉਹ ਜਵਾਬ ਬੜਾ ਅੱਗੇ ਜਾ ਕੇ ਦਿੱਤਾ ਸ਼ਬਦ ਦੇ ਵਿੱਚ। ਅੱਛਾ, ਕੀ ਜਵਾਬ ਹੈ ਜੀ? ਫਿਰ ਉਹਦੇ ਦੱਸਿਆ ਕਿ ਇਉਂ ਕਰੋ, ਫਿਰ ਉਹਦੇ 'ਚ ਪ੍ਰੋਸੈਸ ਦਿੱਤਾ। ਕਿਉਂਕਿ ਜਿਹੜੇ ਗਿਆਨ ਆ ਨਾ, ਉਹ ਆਟੋਮੈਟਿਕ ਨਹੀਂ ਹੈ ਕਿ ਅਸੀਂ ਬਾਲੀ ਤੀਲੀ ਜਾਂ ਅੱਜ ਕੱਲ੍ਹ ਲਾਈਟਰ ਜਾਂ ਪਲੱਗ ਇਨ ਕਰਤਾ, ਜਿਵੇਂ ਅੱਜ ਕੱਲ੍ਹ LED ਲਾਈਟਸ ਵੀ ਹੈਗੀਆਂ। ਇਹ ਨਹੀਂ ਆਉਂਦੀ ਰੋਸ਼ਨੀ। ਗਿਆਨ ਤਾਂ ਹਨੇਰੀ ਆਉਂਦੀ ਆ, ਗਿਆਨ ਦਾ ਪ੍ਰੋਸੈਸ ਹੈਗਾ। ਸੋ ਉਹਦੇ ਵਿੱਚ ਜਿਹੜਾ ਗੁਰਬਾਣੀ ਦਾ ਆਈਡੀਆ ਹੈਗਾ, ਉਹ ਕਹਿੰਦਾ ਕਿ ਜਿਹੜਾ ਨਾਮ ਆ ਨਾ, ਇਹਦਾ ਤੇਲ ਪਾਓ। ਨਾਮ ਹੈਗਾ ਜਿਹੜੀ ਉਹਦੀ ਹੋਂਦ ਦੇ ਨਾਲ ਤੁਹਾਡਾ ਰਿਸ਼ਤਾ ਬਣ ਜਾਣਾ। ਕਹਿੰਦੇ ਇਹ ਤੇਲ ਜਦ ਪਾਓਗੇ, ਫਿਰ ਇਹ ਦੀਵਾ ਜਗੂਗਾ, ਫਿਰ ਤੁਸੀਂ ਉਹਦੇ ਨਾਲ ਜੁੜ ਜਾਓਗੇ। ਅੱਛਾ, ਜਦੋਂ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰਦੇ ਹਾਂ, ਇਹ ਗੱਲ ਤਾਂ ਕਿਉਂਕਿ ਬਾਣੀ ਦੇ ਵਿੱਚ ਤਾਂ ਸਾਰੀਆਂ ਗੱਲਾਂ ਹੀ ਬਹੁਤ ਕੀਮਤੀ ਨੇ। ਹਾਂਜੀ, ਹਰ ਇੱਕ ਪੰਨੇ 'ਚ, ਹਰ ਇੱਕ ਸ਼ਬਦ ਦੇ ਵਿੱਚ ਜਿੱਥੇ ਵੀ ਆ, ਉੱਥੇ ਵਧੀਆ ਗੱਲਾਂ ਨੇ। ਲੇਕਿਨ ਕਿਹੜੀਆਂ ਗੱਲਾਂ ਨੇ ਜਿਹੜੀਆਂ ਆਮ ਲੋਕਾਂ ਦੀ ਜ਼ਿੰਦਗੀ ਨੂੰ ਬੈਟਰ ਬਣਾਉਣ ਲਈ, ਬਿਹਤਰ ਬਣਾਉਣ ਲਈ, ਜ਼ਿੰਦਗੀ ਦਾ ਵਿਕਾਸ ਕਰਨ ਲਈ, ਮਨੁੱਖ ਨੂੰ
ਇੱਕ ਵਧੀਆ ਇਨਸਾਨ ਬਣਨ ਦੇ ਸੰਬੰਧ ਦੇ ਵਿੱਚ ਜਿਹੜੀਆਂ ਥਾਂ ਥਾਂ 'ਤੇ ਆਉਂਦੀਆਂ ਨੇ, ਉਹਨਾਂ ਬਾਰੇ ਅੱਜ ਮੈਂ ਚਾਹੁੰਦਾ ਕਿ ਤੁਸੀਂ ਜ਼ਰੂਰ ਜ਼ਿਕਰ ਕਰੋ। ਇਹਨੂੰ ਆਪਾਂ ਹਿਊਮਨ ਲੈਵਲ ਤੇ ਜੇ ਗੱਲ ਕਰੀਏ ਨਾ, ਕਿਉਂਕਿ ਆਵਾਮ ਲਈ ਆ ਨਾ ਹੈ, ਜਦੋਂ ਅਸੀਂ ਸੰਗਤ ਆਖਦੇ ਹਾਂ, ਇਹ ਗੁਰਬਾਣੀ ਤੇ ਜਿਹੜੇ ਥਾਟ ਪ੍ਰੋਸੈਸਿਸ ਦੁਨੀਆ ਦੇ ਵੱਡੇ ਹੁੰਦੇ ਨੇ ਨਾ, ਉਹਦੇ ਪਿੱਛੇ ਮਕਸਦ ਹੁੰਦਾ ਆਵਾਮ ਨੂੰ ਉੱਤੇ ਚੱਕਣਾ। ਕੋਈ ਐਕਸਕਲੂਸਿਵ ਲੋਕਾਂ ਨੂੰ ਜੇ ਕੋਈ ਚੀਜ਼ ਉੱਤੇ ਚੱਕ ਰਹੀ ਆ ਨਾ, ਉਹ ਗਿਆਨ ਥੋੜ੍ਹੀ ਆ, ਉਹ ਤਾਂ ਇੱਕ ਸਿਸਟਮ ਬਣ ਰਿਹਾ ਐਲੀਟਿਜ਼ਮ ਕ੍ਰੀਏਟ ਕਰਨ ਦਾ। ਜਿਹੜੇ ਬਣੇ ਹੋਏ ਨੇ, ਧਰਮਾਂ ਨੇ ਵੀ ਬਣਾਏ ਹੋਏ ਨੇ, ਸਾਡੇ ਵਿੱਚ ਵੀ ਆਏ ਹੋਏ ਨੇ ਇਹੀ, ਹੈ ਨਾ। ਸੋ ਕੀ ਆ ਉਹ ਗੁਰਬਾਣੀ ਵਿੱਚ ਦੇਖੋ, ਬੇਸਿਕਲੀ ਗੱਲ ਆ ਹਿਊਮਨ ਸਾਈਕੋਲੋਜੀ ਤੇ ਹਿਊਮਨ ਇਮੋਸ਼ਨ ਦੇ ਵਿੱਚ ਇਹ ਗੱਲ ਆ ਸਾਰੀ ਪੇਨ ਦੀ। ਸਾਡੇ ਕੋਲ ਦੁੱਖ ਹੈਗੇ ਬੜੇ, ਕਿਸੇ ਨੂੰ ਭੁੱਖ ਦਾ ਹੀ ਦੁੱਖ ਆ, ਗੁਰਬਾਣੀ 'ਚ ਲਿਸਟਿੰਗ ਆ ਪੂਰੀ। ਬਟ ਜਿਹੜਾ ਅਲਟੀਮੇਟ ਦੁੱਖ ਗੁਰਬਾਣੀ 'ਚ ਮੰਨਿਆ ਗਿਆ, ਜਿਹੜਾ ਕਿ ਸਾਰੇ ਸੰਸਾਰ ਦੇ ਵਿੱਚ ਹੈਗਾ, ਉਹ ਆ ਵਿਛੋੜਾ, ਸੈਪਰੇਸ਼ਨ। ਤੁਸੀਂ ਭਾਵੇਂ ਉਹ ਪੰਜਾਬੀ ਗੀਤ ਸੁਣ ਲਓ ਚੰਗੇ, ਭਾਵੇਂ ਹਿਊਮਨ ਲੈਵਲ ਦੇ ਗੀਤ ਸੁਣ ਲਓ, ਵਿਛੋੜੇ ਦੀ ਗੱਲਾਂ ਨੇ। ਗੁਰਬਾਣੀ 'ਚ ਦੱਸਿਆ ਕਿ ਸਭ ਤੋਂ ਵੱਡਾ ਦੁੱਖ, ਅਲਟੀਮੇਟ ਪੇਨ ਜਿਹੜਾ ਸਾਡਾ, ਉਹ ਵਿਛੋੜਾ। ਅੱਛਾ ਜੀ। ਤੇ ਉਹ ਵਿਛੋੜੇ ਨੂੰ ਅਸੀਂ ਕਨੈਕਟ ਕਿਵੇਂ ਕਰਨਾ, ਇਹ ਸਾਰੀ ਗੱਲ ਆ ਬੇਸਿਕਲੀ। ਹੁਣ ਜਿਹੜੇ ਕੋਲ ਭੁੱਖ ਹੀ ਅਜੇ ਪੂਰੀ ਨਹੀਂ ਹੋ ਰਹੀ, ਉਹਦਾ ਵੀ ਉਹ ਦੁੱਖ ਆ ਨਾ, ਫਿਰ ਉਹਦੀਆਂ ਗੱਲਾਂ ਨੇ। ਜਿੱਥੇ ਕੋਈ ਪੋਲੀਟੀਕਲ ਪ੍ਰਿਜ਼ਨਰ ਬਣਾ ਰਹੇ ਨੇ, ਉਹ ਦੁੱਖ, ਜਿਵੇਂ ਅਸੀਂ ਪੋਲੀਟੀਕਲ ਪੇਨ ਕਹਿੰਦੇ ਹਾਂ, ਉਹਨੂੰ ਕਿਵੇਂ ਖਤਮ ਕਰਨਾ, ਉਹ ਵੀ ਗੱਲਾਂ ਨੇ। ਬਟ ਐਂਡ ਗੋਲ ਹੈਗਾ ਕਿ ਇੱਕ ਓਂਕਾਰ ਦੇ ਨਾਲ ਅਸੀਂ ਜਿਵੇਂ ਵਿਆਹ ਕਰਾਉਣਾ ਹੋਵੇ ਨਾ, ਉਹ ਕਿਵੇਂ ਹੋਵੇ। ਕਿਉਂਕਿ ਬਾਰ-ਬਾਰ ਜਗਿਆਸੂ ਦੇ ਰੂਪ ਦੇ ਵਿੱਚ ਇਹੀ ਦੱਸਿਆ ਗਿਆ ਕਿ ਉਸ ਅਕਾਲ ਪੁਰਖ ਨਾਲ ਨਾਤਾ ਜੋੜਨਾ, ਜਾਂ ਉਹ ਵਿਛੋੜਾ, ਉਸ ਤੋਂ ਵਿਛੜੇ ਹੋਏ ਆ, ਕਦੇ ਵੈਰਾਗ ਦੇ ਵਿੱਚ ਆ ਜਾਂ ਮਿਲਣ ਦੀ ਖੁਸ਼ੀ ਆ। ਰੰਗ ਹੱਸੈ ਰੰਗ ਰੋਵੈ ਚੁੱਪ ਵੀ ਕਰ ਜਾਏ, ਐਂਡ ਵੀ ਗੋ ਥਰੂ ਦਿਸ। ਸਾਡੀ ਕੋਈ ਚੰਗੀ ਰਿਲੇਸ਼ਨਸ਼ਿਪ ਹੋਵੇ ਨਾ, ਐਕਚੁਅਲ ਗਹਿਰੀ, ਛੋਟੀ ਮੋਟੀ ਨਹੀਂ, ਉਹ ਤਾਂ ਸਾਨੂੰ ਤੰਗ ਹੀ ਕਰਦੀ ਆ। ਉੱਥੇ ਤੁਸੀਂ ਹੱਸਣਾ ਵੀ ਹੁੰਦਾ, ਚੁੱਪ ਹੋਣਾ ਵੀ ਹੁੰਦਾ, ਬਿਕੋਜ਼ ਉਹ ਪੇਸ਼ੈਂਸ ਮੰਗਦੀ ਆ, ਉਹ ਤਾਂਗ ਹੁੰਦੀ ਆ, ਉਹਦੇ 'ਚ ਬਿਰਹਾ ਹੁੰਦਾ। ਇਹ ਲਫ਼ਜ਼ ਨੇ ਸਾਡੇ ਗੁਰਬਾਣੀ ਦੇ ਵੀ ਤੇ ਪੰਜਾਬੀ ਕਲਚਰ ਦੇ ਵੀ, ਰਾਈਟ। ਇਹ ਸਾਰੀਆਂ ਸੋ ਤੁਸੀਂ ਜੇ ਪੇਸ਼ੈਂਸ, ਜੇ ਤੁਹਾਡੀ ਰਿਲੇਸ਼ਨਸ਼ਿਪ ਨਹੀਂ ਹੈ, ਤੁਹਾਡੇ ਕੋਲ ਪੇਸ਼ੈਂਸ ਹੋਣੀ ਨਹੀਂ। ਰਿਲੇਸ਼ਨਸ਼ਿਪ ਤਗੜੀ ਤਾਂ ਬਹੁਤ ਪੇਸ਼ੈਂਸ ਮੰਗਦੀ ਆ। ਉਹ ਤਾਂ ਸਾਨੂੰ ਕਹਿੰਦੀ ਹੈ ਕਿ ਮੈਂ ਉਹ ਇੱਕ ਚਾਤਰਿਕ ਦੇ ਵਾਂਗੂ ਇੱਕ ਬੂੰਦ ਉਡੀਕ ਰਿਹਾ। ਅੱਜ ਕੱਲ੍ਹ ਦੇ ਕਲਚਰ ਵਿੱਚ ਤਾਂ ਰਿਲੇਸ਼ਨਸ਼ਿਪ ਟ੍ਰਾਂਜੈਕਸ਼ਨਲ ਹੋ ਗਈ ਨਾ, ਇਸੇ ਕਰਕੇ ਸਾਡੀਆਂ ਦੁੱਖ ਕਿੰਨੇ ਵੱਧ ਗਏ ਨੇ। ਉਸੇ ਕਿਸਮ ਦੇ ਗਾਣੇ, ਉਸੇ ਕਿਸਮ ਦੇ ਰੋਗ, ਉਸੇ ਕਿਸਮ ਦੀਆਂ ਟ੍ਰਾਂਜੈਕਸ਼ਨਲ ਅਫੇਅਰ ਚੱਲ ਰਹੇ ਨੇ। ਇਹ ਹਿਊਮਨ ਟੈਂਡੈਂਸੀ ਦੀ ਪ੍ਰੋਬਲਮ ਚੱਲ ਰਹੀ ਹੈ, ਇਟਸ ਅ ਗਲੋਬਲ ਪ੍ਰੋਬਲਮ। ਉਹਦੇ ਬਾਰੇ ਗੁਰਬਾਣੀ ਬੇਸਿਕ ਗੱਲ ਇਹ ਕਹਿ ਰਹੀ ਹੈ ਕਿ ਅਸੀਂ ਉਹਦੇ ਨਾਲ ਰਿਸ਼ਤਾ ਕਿਵੇਂ ਕਾਇਮ ਕਰਨਾ, ਤਾਂ ਕਿ ਸਾਡੀਆਂ ਫਿਰ ਉਹ ਕਾਇਮ ਕਰਨ ਵਾਲੀਆਂ ਗੱਲਾਂ ਨੇ, ਉਹ ਕਾਇਮ ਕਰਨ ਵਾਲੇ ਫਿਰ ਸਲੀਕੇ ਨੇ, ਤਰੀਕੇ ਨੇ। ਉਹਦੇ ਵਿੱਚ ਪ੍ਰੋਟੋਕੋਲ ਫਿਰ ਘੱਟ ਮੈਟਰ ਕਰਦਾ, ਕਿਉਂਕਿ ਪ੍ਰੋਟੋਕੋਲ ਚੇਂਜ ਹੁੰਦੇ ਰਹਿੰਦੇ ਨੇ। ਅੱਛਾ, ਮੈਂ ਹੋਰ ਵੀ ਕਈ ਜਿਹੜੇ ਚਿੰਤਕ ਨੇ ਉਹਨਾਂ ਨਾਲ ਗੱਲਬਾਤ ਕੀਤੀ ਸਰ ਹਰਿੰਦਰ ਸਿੰਘ, ਔਰ ਉਹਦੇ 'ਚ ਉਹ ਗੱਲ ਇਹ ਤਸਲੀਮ ਕਰਦੇ ਆ ਕਿ ਰੈਪੀਟੀਸ਼ਨ ਬਹੁਤ ਆ ਗੁਰਬਾਣੀ ਦੇ ਵਿੱਚ ਨਾ, ਬਾਰ-ਬਾਰ ਸ਼ਬਦ, ਬਾਰ-ਬਾਰ ਉਹੀ ਗੱਲ। ਉਹ ਕਹਿੰਦੇ ਉਹੀ ਗੱਲ ਬਾਰ-ਬਾਰ ਕਾਹਤੇ ਆਈ ਜਾਂਦੀ ਹੈ। ਹਾਂ, ਇਹ ਬਹੁਤ ਵਧੀਆ ਸਵਾਲ ਆ। ਬਟ ਇਹਨੂੰ ਫਿਰ ਆਪਾਂ ਆ ਜਾਈਏ, ਜਿਹੜਾ ਜਿਗਿਆਸੂ ਆ, ਜਿਗਿਆਸੂ ਵੀ ਅਸੀਂ ਵਰਡ ਨਹੀਂ ਯੂਜ਼ ਕਰਦੇ, ਗੁਰਬਾਣੀ 'ਚ ਨਹੀਂ ਆਉਂਦਾ। ਅੱਛਾ। ਗੁਰਬਾਣੀ ਦੀ 100% ਵੋਕੈਬਲਰੀ, ਸ਼ਬਦਾਵਲੀ ਪ੍ਰੋਟੈਗਨਿਸਟ ਵੂਮਨ ਆ, ਫੈਮਿਨਨ ਆ। ਆਪਾਂ ਇੱਥੋਂ ਗੱਲ ਸ਼ੁਰੂ ਕਰੀਏ। ਅੱਛਾ ਜੀ। ਅਸੀਂ ਜਿਹੜੇ ਮੇਰੇ ਵਾਂਗੂ ਮਰਦ ਗੱਲ ਕਰ ਰਹੇ ਨੇ, ਸਕਾਲਰ ਕਰੀ ਜਾਂਦੇ ਆ ਨਾ, ਅਸੀਂ ਇਹਨੂੰ ਰੁੱਖਾ ਬਣਾ ਛੱਡਿਆ। ਮੈਂ ਆਪਣਾ ਇੱਕ ਇੱਥੇ ਸਬਮਿਸ਼ਨ ਦੇ ਰਿਹਾ, ਕਨਫੈਸ਼ਨ ਕਰ ਰਿਹਾ, ਇਹ ਪ੍ਰੋਬਲਮ ਆ ਸਕਾਲਰਸ ਦੀ, ਕਿ ਉਹਨਾਂ ਨੇ ਹਰ ਚੀਜ਼ ਨੂੰ ਬੜਾ ਡਾਇਸੈਕਟ ਕਰਨਾ। ਇੱਕ ਪੋਸਟ ਮਾਡਰਨਿਸਟ ਟੈਕਨੀਕ ਅੱਜ ਕੱਲ੍ਹ ਚੱਲ ਰਹੀਆਂ, ਉਹਨਾਂ ਦੇ ਥੱਲੇ ਲਿਆ ਕੇ ਦੇਖ ਰਹੇ ਨੇ। ਇਹ ਉਹ ਨਹੀਂ ਆ, ਇਹ ਤਾਂ ਰਿਲੇਸ਼ਨਸ਼ਿਪ ਆ। ਹੁਣ ਰਿਲੇਸ਼ਨਸ਼ਿਪ ਵਿੱਚ ਸਾਰੀ ਬਾਣੀ ਦੀ ਜਿਹੜੀ ਵੋਇਸ ਆ, ਜਿਹੜੀ ਉਹਦੀ ਆਵਾਜ਼ ਆ, ਜਿਹੜਾ ਉਹਦੇ ਸ਼ਬਦ ਦੀ ਪ੍ਰੋਟੈਗਨਿਸਟ ਕਹਿੰਦੇ ਅਸੀਂ, ਜਿਵੇਂ ਨੋਵਲਸ ਦੇ ਹੁੰਦੇ ਆ ਨਾ, 100% ਵੂਮਨ ਆ। ਗੁਰੂ ਸਾਹਿਬ ਆਪ ਮੈਨ ਨੇ, ਭਗਤ ਆਪ ਮੈਨ ਨੇ, ਬਟ ਜਦੋਂ ਰੱਬ ਨਾਲ ਰਿਸ਼ਤੇ ਦੀ ਗੱਲ ਕਰਦੇ ਨੇ, ਐਜ਼ ਅ ਵਿਮਨ ਗੱਲ ਕਰਦੇ ਨੇ, ਵਿਚ ਮੀਨਸ ਸਾਨੂੰ ਸਾਰਿਆਂ ਨੂੰ ਜਿਹੜੀ ਸਾਡੀ ਇਹ ਫੈਮਿਨਨ ਕੁਆਲਿਟੀ ਆ ਨਾ, ਇਹ ਬਾਹਰ ਕੱਢਣੀ ਪੈਣੀ ਆ। ਉਹੀ ਰਿਸ਼ਤਾ ਬਣਾਉਂਦੀ ਆ। ਤੇ ਉਹ ਕੁਆਲਿਟੀ ਵਿੱਚ ਤੁਸੀਂ ਘਰ ਵਿੱਚ ਜਾਂ ਤੁਹਾਡੇ ਉਸ ਤਰ੍ਹਾਂ ਵੀ ਕਿਸੇ ਨਾਲ ਚੰਗੀ ਰਿਲੇਸ਼ਨਸ਼ਿਪ ਹੋਵੇ, ਉਹਦਾ ਕੋਈ ਗਾਣਾ ਹੋਵੇ, ਤੁਸੀਂ ਗਾਉਂਦੇ ਨਹੀਂ ਰਹਿੰਦੇ ਹਰ ਵਾਰੀ। ਬਿਲਕੁਲ। ਕ੍ਰੀਏਟਿਵ ਰੈਪੀਟੇਸ਼ਨ ਰਿਲੇਸ਼ਨਸ਼ਿਪ ਹੁੰਦੀ ਆ, ਮਕੈਨੀਕਲ ਰੈਪੀਟੇਸ਼ਨ ਟਾਸਕ ਹੁੰਦਾ। ਜੇ ਟਾਸਕ ਬਣ ਗਿਆ, ਕੁਛ ਨਹੀਂ ਦਊ ਸਾਨੂੰ, ਨਾ ਉਹਦੇ 'ਚ ਪੇਸ਼ੈਂਸ ਹੁੰਦੀ ਆ, ਨਾ ਡਿਵੋਸ਼ਨ ਪਿਆਰ ਹੁੰਦਾ। ਭਗਤੀ ਕੀ ਆ? ਭਗਤੀ ਡਿਵੋਸ਼ਨ ਆ। ਸੋ ਉਹ ਭਗਤੀ ਨਹੀਂ ਆ ਇਹ, ਫਿਰ ਉਹ ਮਕੈਨੀਕਲ ਬਣ ਗਿਆ। ਜਦ ਰਿਲੇਸ਼ਨਸ਼ਿਪ ਆ ਗਈ, ਉਹਦੇ 'ਚ ਤਾਂਗ ਆ ਗਈ, ਲੌਂਗਿੰਗ ਆ ਗਈ, ਬਿਰਹਾ ਆ ਗਿਆ, ਸੈਪਰੇਸ਼ਨ ਦੇ ਗੀਤ, ਗਮਾਂ ਦੀ ਰਾਤ ਲੰਮੀ ਆ, ਇੱਥੋਂ ਵੀ ਅਸੀਂ ਸਮਝਾਂਗੇ ਨਾ, ਕਿਉਂਕਿ ਹੈ ਤਾਂ ਹਿਊਮਨ ਲੈਵਲ ਹੀ ਨਾ। ਜਦੋਂ ਗਮ ਤੁਸੀਂ ਐਜ਼ ਏ ਕੰਪਲੇਂਟ ਬੰਦ ਹੋ ਜਾਂਦੀ ਹੈ ਰਿਲੇਸ਼ਨਸ਼ਿਪ 'ਚ, ਫਿਰ ਤੁਸੀਂ ਕ੍ਰੀਏਟਿਵਲੀ ਰਿਪੀਟ ਕਰਦੇ ਹੋ, ਕਿਉਂਕਿ ਤੁਹਾਨੂੰ ਉਹਦੇ 'ਚ ਮਜ਼ਾ ਆ ਰਿਹਾ, ਤੁਹਾਨੂੰ ਉਹਦੇ 'ਚ ਰਸ ਮਿਲ ਰਿਹਾ। ਅੱਛਾ ਹਰਿੰਦਰ ਸਿੰਘ ਜੀ, ਇਹ ਵੀ ਸਾਨੂੰ ਅੱਜ ਸਮਝਾਓ
ਇਸ ਬੰਦੀ ਛੋੜ ਦਿਵਸ ਦੇ ਉੱਤੇ ਜਦੋਂ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲਬਾਤ ਕਰ ਰਹੇ ਹਾਂ, ਛੇਵੇਂ ਪਾਤਸ਼ਾਹ ਦੀ ਫਿਲਾਸਫੀ ਦੀ ਗੱਲਬਾਤ ਕਰ ਰਹੇ ਹਾਂ, ਪਰ ਹੁਣ ਜਿਹੜਾ ਇਹ ਵਿਚਾਰ ਦਿਨ ਬ ਦਿਨ ਜ਼ੋਰ ਫੜ ਰਿਹਾ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਫਿਲਾਸਫੀ ਨਹੀਂ, ਕੋਈ ਨਿਯਮ ਦੀ ਗੱਲ ਚੱਲ ਰਹੀ ਆ, ਕਿਸੇ ਖਾਸ ਅਹਿਸਾਸ ਦੀ ਗੱਲ ਹੈ, ਔਰ ਉਹ ਰੋਮਾਂਟਿਕ ਅਤੇ ਪੋਇਟਿਕ ਹੈ। ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਇਹ ਗੱਲ ਕਈਆਂ ਨੂੰ ਹਜ਼ਮ ਨਹੀਂ ਹੋਣੀ ਕਿ ਗੁਰਬਾਣੀ ਤਾਂ ਬਹੁਤ ਸੀਰੀਅਸ ਬਿਜ਼ਨਸ ਆ, ਇਹਨੂੰ ਤੁਸੀਂ ਰੋਮਾਂਟਿਕ ਸ਼ਬਦ ਜਾਂ ਪੋਇਟਿਕ ਸ਼ਬਦ ਨਾ ਵਰਤੋ ਇਹਦੇ ਲਈ। ਪ੍ਰੋਫੈਸਰ ਪੂਰਨ ਸਿੰਘ ਹੋਣਾ ਨੇ ਇੱਕ ਥਾਂ ਲਿਖਿਆ ਕਿ ਜਿਹੜੀਆਂ ਸਾਡੀਆਂ ਆਈਜ਼ ਨੇ ਨਾ, ਇਹ ਵਲਗਰ ਆਈਜ਼ ਨੇ, ਇਹ ਉਸ ਨੂੰ ਅਜੇ ਦੇਖ ਨਹੀਂ ਸਕਦੀਆਂ, ਕਿਉਂਕਿ ਸਾਨੂੰ ਵਲਗੈਰਿਟੀ ਦੀ ਆਦਤ ਪੈ ਗਈ ਨਾ। ਸੋ ਵਲਗਰ ਆਈਜ਼ ਨੂੰ ਹਰ ਚੀਜ਼ ਹੀ ਵਲਗਰ ਲੱਗਦੀ ਆ। ਅਸ਼ਲੀਲਤਾ ਹੋਣੀ ਕੋਈ ਹੋਰ ਚੀਜ਼ ਆ, ਇੰਟੀਮੇਸੀ, ਨਜ਼ਦੀਕਤਾ ਹੋਣੀ ਕੋਈ ਹੋਰ ਚੀਜ਼ ਆ। ਇਹ ਇੰਟੀਮੇਸੀ ਆ, ਇੰਟੀਮੇਸੀ ਨਜ਼ਦੀਕ ਹੋਣਾ ਹੁੰਦਾ। ਜਿਵੇਂ ਭਗਤ ਜੀ ਲਿਖਦੇ ਨੇ ਗੁਰਬਾਣੀ ਵਿੱਚ ਕਿੰਨੀ ਥਾਂ ਤੇ ਆਇਆ ਕਿ ਮੈਂ ਤੇ ਤੇਰੇ 'ਚ ਕੋਈ ਫਰਕ ਹੀ ਨਹੀਂ ਰਹਿ ਗਿਆ। ਪ੍ਰੋਫੈਸਰ ਪੂਰਨ ਸਿੰਘ ਇੱਥੇ ਲਿਖਦਾ ਕਿ ਮੈਨ ਐਂਡ ਵੂਮਨ ਦਾ ਸੈਕਸਸ ਹੈਵ ਬੀਨ ਫੋਰਗਾਟਨ ਇਨ ਗੁਰੂ ਗ੍ਰੰਥ ਸਾਹਿਬ's ਲੈਂਗੁਏਜ। ਪੁਰਖ ਮੇ ਪੁਰਖ, ਨਾਰ ਮੇ ਨਾਰੀ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਆ ਕਿ ਬੰਦਿਆਂ ਵਿੱਚੋਂ ਬੰਦਾ ਤੇ ਜਨਾਨੀਆਂ ਵਿੱਚੋਂ ਜਨਾਨੀ, ਇਹ ਆ ਇੱਕ ਓਂਕਾਰ। ਮਤਲਬ ਜਿਹੜੇ ਸਾਡੇ ਫਲਸਫੇ ਦੇ ਸਿਸਟਮਸ ਬਣੇ ਨੇ ਚੀਜ਼ਾਂ ਨੂੰ ਸਮਝਣ ਲਈ, ਉਹ ਸਮਝਾਉਣ ਲਈ ਬਣੇ ਸੀ, ਬਟ ਫਲਸਫਾ ਤਾਂ ਇੱਕ ਬੜੀ ਛੋਟੀ ਚੀਜ਼ ਆ, ਬਦਲਦਾ ਰਹਿੰਦਾ, ਨਾਲੇ ਜ਼ਰੂਰੀ ਨਹੀਂ ਉਹ ਰਿਐਲਿਟੀ ਹੋਵੇ। ਉਹ ਇੱਕ ਇਮੈਜੀਨੇਸ਼ਨ 'ਚੋਂ ਪ੍ਰੋਡਿਊਸ ਹੁੰਦਾ, ਉਹ ਇੱਕ ਯੂਟੋਪੀਆ ਕ੍ਰੀਏਟ ਕਰਤਾ। ਅਤੇ ਗੁਰੂ ਸਾਹਿਬਾਨ ਨੇ ਯੂਟੋਪੀਆ ਨਹੀਂ ਕ੍ਰੀਏਟ ਕੀਤੇ, ਰਿਐਲਿਟੀ ਕ੍ਰੀਏਟ ਕੀਤੀ। ਛੇਵੇਂ ਪਾਤਸ਼ਾਹ ਬਾਰੇ ਜੇ ਅਸੀਂ ਬੰਦੀ ਛੋੜ ਦਿਵਸ ਮਨਾ ਰਹੇ ਹਾਂ, ਉਹਨਾਂ ਨੇ ਬੰਦੀਆਂ ਨੂੰ ਛੁਡਵਾਇਆ, ਸਿਰਫ ਵੋਲਟੇਰ ਵਾਂਗੂ ਉਹਦੀ ਗੱਲ ਨਹੀਂ ਕੀਤੀ। ਐਕਚੁਅਲੀ ਇਹ ਫਰਕ ਆ। ਸੋ ਫਲਸਫੇ ਵਿੱਚ ਜ਼ਰੂਰੀ ਨਹੀਂ ਹੁੰਦਾ ਰਿਐਲਿਟੀ ਹੋਵੇ। ਸੋ ਜਿਹੜੇ ਸਾਨੂੰ ਸਟੱਡੀ ਕਰ ਰਹੇ ਨੇ ਉਹਨਾਂ ਲਈ ਜ਼ਰੂਰੀ ਹੈ ਕਿ ਫਲਸਫਾ ਵਾਲਾ ਐਲੀਮੈਂਟ ਵੀ ਸਮਝਿਆ ਜਾਵੇ, ਪੋਇਟਰੀ ਵਾਲਾ ਐਲੀਮੈਂਟ ਵੀ ਸਮਝਿਆ ਜਾਵੇ, ਮਿਊਜ਼ਿਕ ਵਾਲਾ ਐਲੀਮੈਂਟ ਵੀ ਸਮਝਿਆ ਜਾਵੇ, ਬਟ ਐਟ ਵਾਟ ਕਾਸਟ। ਰਿਲੇਸ਼ਨਸ਼ਿਪ ਤਾਂ ਅਸੀਂ ਭੁੱਲੇ ਬੈਠੇ ਹਾਂ। ਨਾਮ ਉਹ ਰਿਲੇਸ਼ਨਸ਼ਿਪ ਸੀ, ਉਹਦੀ ਹੋਣ ਦਾ ਅਹਿਸਾਸ ਸੀ। ਬਲਕਿ ਆਪਾਂ ਦਿਵਾਲੀ ਵੇਲੇ ਗੱਲ ਕਰ ਰਹੇ ਹਾਂ, ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਨੇ। ਆਪਾਂ ਫਰੇਜ਼ ਵਰਤ ਦਿੰਦੇ ਹਾਂ, ਅੱਜ ਕੱਲ੍ਹ ਵੀ ਯੂਜ਼ ਹੋ ਰਹੀ ਹੈ। ਪਿਛਲੇ ਹਫ਼ਤੇ ਵਿੱਚ ਹੁਣ ਦੁਬਾਰਾ ਇਹ ਗੱਲ ਸ਼ੁਰੂ ਹੋ ਗਈ, ਅਕਾਲ ਤਖਤ ਸਾਹਿਬ ਨੂੰ ਕਿਵੇਂ ਆਜ਼ਾਦ ਕਰਾਉਣਾ। ਬਟ ਜਿਹੜੇ ਗੱਲ ਕਰ ਰਹੇ ਨੇ ਮੇਰੇ ਵਰਗੇ, ਜਾਂ ਜਿਹੜੇ ਕਹਿੰਦੇ ਇਹਦਾ ਪਲਾਨ ਬਣਾਓ, ਕਿ ਉਹਨਾਂ ਵਿੱਚ ਇਹ ਨਾਮ ਦਾ ਦੀਵਾ ਜਲ ਰਿਹਾ। ਇਨਫੈਕਟ ਗੁਰਬਾਣੀ 'ਚ ਤਾਂ ਆ ਗਿਆ ਕਿ ਸਿਰਫ ਇਹ ਨਾਮ ਦਾ ਤੇਲ ਨਹੀਂ ਪਾਉਣਾ, ਇਵੈਂਚੁਅਲੀ ਦੀਵਾ ਹੀ ਤੁਹਾਡਾ ਨਾਮ ਬਣ ਜਾਵੇ। ਮਤਲਬ ਇਹ ਬੋਡੀ, ਸਾਡੀ ਐਗਜ਼ਿਸਟੈਂਸ ਹੀ ਨਾਮ ਬਣ ਜਾਵੇ। ਮਤਲਬ ਉਹ ਰਿਲੇਸ਼ਨਸ਼ਿਪ ਬਣ ਗਈ ਹੁਣ। ਇਹ ਆ ਜਦ ਤੁਸੀਂ ਹੀਰ ਤੇ ਰਾਂਝਾ ਹੁਣ ਜਦ ਇਕੱਲੇ ਨਹੀਂ, ਜਦ ਭਗਤ ਤੇ ਹਰ ਇਕੱਲੇ ਨਹੀਂ, ਹੁਣ ਉਹ ਇੱਕ ਹੋ ਗਏ। ਗੁਰਬਾਣੀ ਕਹਿੰਦੀ ਇੱਕ ਹੋ ਜਾਂਦੇ ਨੇ ਜਦੋਂ ਉਹਦੇ ਵਾਂਗੂ ਬਣ ਗਏ, ਜਦੋਂ ਉਹ ਵਾਲੇ ਗੁਣ ਸਾਨੂੰ ਪ੍ਰਤੱਖ ਦੇਖਣੇ ਸ਼ੁਰੂ ਹੋ ਗਏ, ਹੈ ਨਾ ਜੀ। ਸੋ ਬੇਸਿਕਲੀ ਡਾਕਟਰ ਇਕਬਾਲ ਦੀ ਮੈਨੂੰ ਗੱਲ ਯਾਦ ਰਹੀ ਹੈ, ਕਹਿੰਦੇ ਹਿੰਦੁਸਤਾਨ ਨੂੰ ਖਿਆਲੇ ਫਲਸਫੇ ਪਰ ਨਾਜ਼ ਥਾ, ਇਸ ਕਰਕੇ ਉਹਨੇ ਬ੍ਰਾਹਮਣ ਨੇ ਸ਼ੂਦਰ ਦਾ ਉੱਥੇ ਕੁਝ ਬਣਨ ਨਹੀਂ ਦਿੱਤਾ। ਦੇ ਵਰ ਟੂ ਪ੍ਰਾਊਡ ਆਫ ਦੇਅਰ ਫਿਲਾਸਫੀ। ਬਾਰਿਸ਼ ਰਹਿਮਤੇ ਹੋਈ ਪਰ ਜ਼ਮੀ ਕਾਬਿਲ ਨਾ ਥੀ। ਕਹਿੰਦੇ ਉੱਥੇ ਗੁਰੂ ਨਾਨਕ ਸਾਹਿਬ ਆਏ ਕਿ ਜਿਨ੍ਹਾਂ ਨੇ ਲੋਕ ਜਿਹੜੇ ਸੁੱਤੇ ਪਏ ਸੀ, ਅਗਿਆਨਤਾ ਵਿੱਚ ਸੁੱਤੇ ਪਏ ਸੀ, ਉਹਨਾਂ ਨੂੰ ਫਿਰ ਉਠੀ ਤੌਹੀਦ ਕੀ ਪੰਜਾਬ ਸੇ, ਹਿੰਦ ਕੋ ਮਰਦੇ ਕਾਮਿਲ ਨੇ ਜਗਾਇਆ ख्वाब ਸੇ। ਇਹ ਫਿਲਾਸਫਰ ਤਾਂ ख्वाब ਦੇਖਦੇ ਨੇ, ਰਿਐਲਿਟੀ ਨਹੀਂ ਬਣਾ ਪਾਉਂਦੇ। ख्वाब ਦੇਖਣਾ ਆਪਣੇ ਆਪ 'ਚ ਇੱਕ ਚੰਗੀ ਗੱਲ ਆ, ਬਟ ਉਹ ਇਨਕੰਪਲੀਟ ਆ ਅਜੇ। ਗੁਰੂ ਤਾਂ ਸਾਨੂੰ ਕੰਪਲੀਟਨੈਸ ਦਿਖਾ ਰਿਹਾ, ਰਿਐਲਿਟੀ ਚੇਂਜ ਕਰਾ ਰਿਹਾ। ਉਹਦੇ ਵਿੱਚ ਜਿਹੜੀਆਂ ਇਹ ਗੱਲਾਂ ਨੇ ਕਿ ਆਪਣੀ ਰਿਲੇਸ਼ਨਸ਼ਿਪ, ਆਪਣੇ ਰਿਸ਼ਤੇ ਬੜੇ ਮਜ਼ਬੂਤ ਕਰਨੇ, ਲਵਰ ਦਾ ਰਿਸ਼ਤਾ ਬਣਾਉਣਾ, ਗੁਰਬਾਣੀ ਦੇ ਲਫ਼ਜ਼ ਨੇ ਕਿ ਸਾਡਾ ਰਿਸ਼ਤਾ ਗੁਰੂ ਨਾਲ, ਵਾਹਿਗੁਰੂ ਨਾਲ ਪੂਜਾ ਵਾਲਾ ਨਹੀਂ ਚਾਹੀਦਾ ਇਕੱਲਾ, ਉਹ ਤਾਂ ਸਬਆਰਡੀਨੇਸ਼ਨ ਆ। ਉਹਦੇ ਨਾਲ ਰਿਸ਼ਤਾ ਕੀ ਚਾਹੀਦਾ? ਚੰਗਾ ਚੰਗਾ ਕਰ ਮੰਨੈ, ਮੰਦਾ ਮੰਦਾ ਹੋਏ, ਆਸ਼ਕ ਇਹ ਨਾ ਆਖੀਐ, ਜੇ ਲਿਖਿਆ ਵਰਤੇ ਸੋਏ। ਅਸੀਂ ਤਾਂ ਆਸ਼ਕ ਬਣਨਾ ਸੀ। ਕਹਿੰਦੇ ਆਸ਼ਕੀ ਜੇ ਤੁਸੀਂ ਕਰ ਰਹੇ ਹੋ, ਉਹਦੇ ਵਿੱਚ ਪਲੱਸਿਸ ਮਾਈਨਸਿਸ, ਫਾਇਦਾ ਨੁਕਸਾਨ ਦੇਖ ਰਹੇ ਹੋ, ਤੁਸੀਂ ਆਸ਼ਕ ਨਹੀਂ ਬਣ ਸਕਦੇ। ਬਿਲਕੁਲ। ਇਹ ਗੁਰਬਾਣੀ ਦੇ ਕਥਾ ਦਾ ਸਲੋਕ ਆ ਪੂਰਾ, ਗੁਰੂ ਅਮਰਦਾਸ ਪਾਤਸ਼ਾਹ, ਗੁਰੂ ਅੰਗਦ ਪਾਤਸ਼ਾਹ ਦਾ ਆਸਾ ਕੀ ਵਾਰ 'ਚ। ਸੋ ਸਾਨੂੰ ਬਣਾਇਆ ਸੀ ਲਵਰਸ। ਪੰਜ ਪਿਆਰੇ ਵੀ ਪਿਆਰਾ ਲਵਰ ਆ, ਅਸੀਂ ਕੁਛ ਹੋਰ ਬਣਾਈ ਜਾਂਦੇ ਹਾਂ। ਲਵਰ ਦੀ ਬੇਸਿਕ ਕੁਆਲੀਫਿਕੇਸ਼ਨ ਹੈ ਲਵ। ਤੇ ਇਹ ਗੇਮ ਹੈਗੀ ਲਵ ਦੀ, ਇਹ ਪੇਨ ਤੇ ਵਿਛੋੜੇ ਦੀ ਗੇਮ ਆ। ਉਸ ਗੇਮ ਦੇ ਵਿੱਚ ਜੇ ਕੋਈ ਸਰਕਾਰ ਵੀ ਗਲਤ ਕੰਮ ਕਰੂਗੀ, ਫਿਰ ਉੱਥੇ ਬੰਦੀ ਛੋੜ ਵੀ ਦਾਤਾ ਸਾਡਾ ਗੁਰੂ ਹੀ ਆ। ਇਹ ਗੱਲ ਸਮਝਾਈ ਜਾਂਦੀ ਹੈ ਦਿਵਾਲੀ ਵਾਲੇ ਦਿਨ। ਸੋ ਪੋਇਟਰੀ ਦੀ, ਮਿਊਜ਼ਿਕ ਦੀ, ਪਿਆਰ ਦੀ, ਜਿਹੜੀ ਗੁਰਬਾਣੀ ਨੂੰ ਜਿਸ ਤਰੀਕੇ ਨਾਲ ਤੁਸੀਂ ਵੇਖਦੇ ਹੋ, ਜੋ ਕੁਛ ਅਸੀਂ ਆਮ ਸਾਨੂੰ ਸਮਝਾਇਆ ਗਿਆ ਹੁਣ ਤੱਕ ਕਿ ਇਹ ਬਹੁਤ ਸੀਰੀਅਸ ਧਾਰਮਿਕ, ਅਧਿਆਤਮਕ ਫਲਸਫਾ ਜਿਹਨੂੰ ਤੁਸੀਂ ਗੰਭੀਰਤਾ ਨਾਲ ਲੈਣਾ, ਔਰ ਇਹਦੇ ਵਿੱਚ ਇਸ ਤਰ੍ਹਾਂ ਦੇ ਸ਼ਬਦ ਜਿਹੜੇ ਤੁਸੀਂ ਅੱਜ ਇਸਤੇਮਾਲ ਕਰ ਰਹੇ ਹੋ,
ਮਿਊਜ਼ਿਕ, ਪੋਇਟਰੀ, ਲਵ, ਇੰਟੀਮੇਸੀ, ਹਾਂਜੀ, ਇਹ ਵਰਜਿਤ ਨੇ ਦਰਅਸਲ ਆਮ। ਬਟ ਵਿਵਰਜਿਤ ਕੀਤੇ ਕਿਹਨੇ ਨੇ? ਜਿਹੜੇ ਪਿਛਲੇ ਮੈਨੂੰ ਲੱਗਦਾ 70-80 ਸਾਲਾਂ 'ਚ ਹੀ ਹੋਏ ਨੇ ਇਹ ਵਿਵਰਜਿਤ। ਜਿਹੜੇ ਸਾਡੇ ਸਕਾਲਰਸ ਰਹੇ ਨੇ ਓਰੀਜਨਲ। ਫਿਰ ਜੋੜ ਦਿੰਦਾ ਦੀਵਾਲੀ ਨਾਲ, ਜਦ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਗਵਾਲੀਅਰ ਦੇ ਕਿਲ੍ਹੇ ਵਿੱਚ ਸਰਕਾਰ ਨੇ ਉਸ ਵੇਲੇ ਦੇ ਮੁਗਲ ਸਮਰਾਟ ਨੇ ਬੰਦ ਕੀਤੇ ਹੋਏ ਨੇ ਐਜ਼ ਅ ਪੋਲੀਟੀਕਲ ਪ੍ਰਿਜ਼ਨਰ, ਉਹਦੀ ਨੈਗੋਸ਼ੀਏਸ਼ਨ ਕੌਣ ਕਰਨ ਜਾਂਦਾ ਸੀ? ਸਕਾਲਰ ਜਾਂਦੇ ਸੀਗੇ। ਸਾਡੇ ਸਕਾਲਰਸ ਕੌਣ ਸੀ ਉਸ ਵੇਲੇ? ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਜਾਂਦੇ ਸੀ, ਕਿਉਂਕਿ ਉਹਨਾਂ ਨੂੰ ਇਸ ਪ੍ਰੇਮ ਦੀ ਸਮਝ ਆ ਤੇ ਨੀਤੀ ਦੀ ਵੀ ਸਮਝ ਆ। ਸਾਡਾ ਪੁੱਠਾ ਹੋ ਗਿਆ, ਪ੍ਰੇਮ ਮਾਈਨਸ ਆ ਤੇ ਨੀਤੀ ਹੀ ਇਕੱਲੀ ਚੱਲ ਰਹੀ ਆ, ਫਲਸਫਾ ਹੀ ਇਕੱਲਾ ਚੱਲ ਰਿਹਾ। ਅਧਿਆਤਮਕਤਾ ਸਾਡਾ ਵਰਡ ਹੀ ਨਹੀਂ, ਅਸੀਂ ਲੈ ਆਏ ਹਾਂ। ਸਪਿਰਿਚੁਅਲਿਟੀ ਸਾਡਾ ਵਰਡ ਨਹੀਂ ਹੈ, ਇਹ ਤਾਂ ਫੈਸ਼ਨੇਬਲ ਵਰਡ ਆ ਅੱਜ ਕੱਲ੍ਹ। ਸਾਡੇ ਲਈ ਤਾਂ ਸਿੰਪਲ ਕੀਤਾ ਗੁਰੂ ਸਾਹਿਬ ਨੇ, ਕਿਉਂਕਿ ਜਦ ਤੁਸੀਂ ਕੰਪਲੈਕਸ ਕਰਦੇ ਹੋ ਮੈਸੇਜ, ਫਿਰ ਆਵਾਮ ਨਹੀਂ ਉੱਠ ਸਕਦਾ। ਫਿਰ ਤੁਹਾਨੂੰ ਲਿਆਉਣੇ ਪੈਣਗੇ ਬੰਦੇ ਜੀ, ਸਮਝਾਓ ਇਹਦਾ ਕੀ ਮਤਲਬ ਆ। ਉਹ ਜੇ ਸਮਝਾਉਣ ਵਾਲੀ ਫਿਰ ਕਨਫਿਊਜ਼ ਕਰੀ ਜਾ ਰਹੇ ਨੇ। ਉਹ ਤਾਂ ਰਸਤਾ ਕਿ ਤੂੰ ਰੱਬ ਵਾਂਗੂ ਬਣ ਜਾ ਬਸ। ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਹੁਣ ਇਸ ਤੋਂ ਸਿੰਪਲ ਸਟੇਟਮੈਂਟ ਹੋਰ ਕੀ ਹੈ? ਬਿਲਕੁਲ। ਕਹਿੰਦੇ ਆਪਾਂ ਤਾਂ ਰੱਬ ਵਾਂਗੂ ਬਣਨਾ, ਉਹ ਬਣੀਏ। ਉਹਦੇ ਵਾਂਗੂ ਕਿਵੇਂ ਬਣੋਗੇ? ਜੇ ਉਹਦੇ ਨਾਲ ਪ੍ਰੀਤ ਹੋ, ਜੇ ਉਹਦੀ ਉਡੀਕ ਹੋ। ਉਹਦੇ 'ਚ ਇੰਟੀਮੇਸੀ ਦਾ ਇੱਕ ਕਾਰਨ ਇਹ ਆ ਕਿਉਂਕਿ ਸਭ ਤੋਂ ਜਿਹੜੀ ਬਿਊਟੀਫੁਲ ਰਿਲੇਸ਼ਨਸ਼ਿਪ ਦੋ ਸਭ ਤੋਂ ਜ਼ਿਆਦਾ ਐਕਸਪਲੋਰ ਕੀਤੀਆਂ ਗੁਰੂ ਗ੍ਰੰਥ ਸਾਹਿਬ 'ਚ, ਕਿਉਂਕਿ ਰਿਲੇਸ਼ਨਸ਼ਿਪ ਥਰੂ ਹੀ ਅਸੀਂ ਸਮਝ ਸਕਦੇ ਹਾਂ ਚੀਜ਼ਾਂ ਨੂੰ। ਕਿਸੇ ਚੀਜ਼ ਦੀ ਇੰਟੈਲੈਕਚੁਅਲ ਐਨਾਲਿਸਿਸ ਕਰਕੇ ਅਸੀਂ ਨਹੀਂ ਬਣਾ ਸਕਦੇ ਰਿਸ਼ਤਾ। ਤੁਸੀਂ ਆਪਣੀ ਲਾਈਫ ਵਿੱਚ ਦੇਖ ਲਓ, ਇੰਟੈਲੈਕਚੁਅਲ ਰਿਲੇਸ਼ਨਸ਼ਿਪ ਰਿਸ਼ਤਾ ਬਣਦਾ ਹੀ ਨਹੀਂ। ਉਹ ਕੀ ਹੈਗੀਆਂ ਦੋ ਰਿਲੇਸ਼ਨਸ਼ਿਪ ਗੁਰਬਾਣੀ ਵਿੱਚ? ਇੱਕ ਤਾਂ ਮਾਂ ਬੱਚੇ ਦਾ ਬਹੁਤ ਐਗਜ਼ਾਮਪਲ ਆ, ਦੂਸਰਾ ਸਪਾਊਸਿਸ ਦਾ। ਹੁਣ ਸਪਾਊਸਿਸ ਦੇ ਵਿੱਚ ਕੋਈ ਜੇ ਐਨਾਲਿਸਿਸ ਹੁੰਦਾ, ਉਹ ਰਿਲੇਸ਼ਨਸ਼ਿਪ ਟ੍ਰਾਂਜੈਕਸ਼ਨਲ ਹੁੰਦੀ ਆ, ਉਹ ਲਵਰਸ ਦੀ ਨਹੀਂ ਹੁੰਦੀ। ਸਾਨੂੰ ਸਮਝਾਇਆ ਗਿਆ ਕਿ ਗੁਰੂ ਨਾਲ ਤੇ ਵਾਹਿਗੁਰੂ ਨਾਲ ਲਵਰਸ ਦੀ ਰਿਲੇਸ਼ਨਸ਼ਿਪ ਬਣਾਉਣੀ ਆ। ਉਸ ਰਿਲੇਸ਼ਨਸ਼ਿਪ ਵਿੱਚ ਅਕਲ ਵੀ ਹੋਊਗੀ, ਬਟ ਉਹ ਹਾਵੀ ਨਹੀਂ ਹੋਊ। ਕਿੱਥੇ ਘੜੀ ਹੈ, ਸੁਰਤ, ਮਤ, ਮਨ, ਬੁੱਧ। ਗੁਰੂ ਨਾਨਕ ਪਾਤਸ਼ਾਹ ਨੇ ਕਹਿਤਾ ਸਭ ਕੁਛ ਹੋਊ ਉਹਦੇ 'ਚ, ਬਟ ਉਹ ਹਾਵੀ ਨਹੀਂ ਹੋਊਗੀ। ਪਿਆਰ ਹੀ ਹਾਵੀ ਹੋਊ, ਕਿਉਂਕਿ ਅਕਲ ਹੋਣੀ ਤਾਂ ਬਹੁਤ ਜ਼ਰੂਰੀ ਹੈ, ਨਹੀਂ ਤਾਂ ਲੋਕੀ ਤੁਹਾਨੂੰ ਵਰਤ ਲੈਣਗੇ। ਤੁਹਾਨੂੰ ਪੋਲੀਟੀਕਲ ਪ੍ਰਿਜ਼ਨਰ ਤਾਂ ਹੀ ਬਣਾਉਂਦੇ ਨੇ ਨਾ। ਬਿਲਕੁਲ। ਸੋ ਬੰਦ ਖਲਾਸੀ ਭਾਣੇ ਹੋਏ, ਸਾਡੀ ਖਲਾਸੀ, ਸਾਨੂੰ ਫਰੀ, ਸਾਡੀ ਬੰਦੀ। ਗੁਰੂ ਨਾਨਕ ਸਾਹਿਬ ਗੱਲ ਕਰ ਰਹੇ ਨੇ ਸਾਰੀਆਂ, ਫਿਰ ਬਾਕੀ ਗੁਰੂਆਂ ਨੇ ਉਹਨੂੰ ਪ੍ਰੈਕਟੀਕਲੀ ਉਹਦੇ ਇੰਸਟੀਟਿਊਸ਼ਨਲ ਰੂਪ ਬਣਾ ਕੇ ਲੋਕਾਂ ਦੇ ਸਾਹਮਣੇ ਪ੍ਰਤੱਖ ਕਰਦਾ ਕਿ ਇਸ ਤਰ੍ਹਾਂ ਹੀ ਖਲਾਸੀ ਹੋਊਗੀ। ਤੇ ਜੇ ਕੋਈ ਹੋਰ ਨਹੀਂ ਕਰੂਗਾ ਜਿਹਦੇ 'ਚ ਰੱਬ ਦੇ ਗੁਣ ਆ ਗਏ, ਉਹ ਕਰਨਗੇ। ਇੰਟਰਸਟਿੰਗ। ਤੇ ਆਪਣੇ ਕੋਲ ਸਮਾਂ ਥੋੜ੍ਹਾ ਰਹਿੰਦਾ ਜਾਂਦਾ, ਹੋਰ ਕੀ ਦੱਸਣਾ ਚਾਹੋਗੇ ਅੱਜ ਤੁਸੀਂ ਬੰਦੀ ਛੋੜ ਦਿਵਸ 'ਤੇ, ਖਾਸ ਤੌਰ ਦੇ ਉੱਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਸੰਬੰਧਿਤ? ਦੇਖੋ ਜੀ, ਆਪਾਂ ਇਹਨੂੰ ਪ੍ਰੈਕਟੀਕਲੀ ਅੱਜ ਦੇ ਦੌਰ 'ਚ ਗੱਲ ਕਰੀਏ, ਹੁਣ 2022 ਆ। ਦੇਖੋ ਅੱਜ ਦੀ ਤੁਸੀਂ ਇਸ ਹਫ਼ਤੇ ਦੀ ਨਿਊਜ਼ ਲੈ ਲਓ, ਕਿਹੜੀ ਦੀਵਾਲੀ ਮੰਨ ਰਹੀ ਹੈ। ਜਿਵੇਂ ਮੈਨੂੰ ਥੋੜ੍ਹਾ ਜਿਹਾ ਹੁਣੇ ਬੱਬੂ ਮਾਨ ਦਾ ਗਾਣਾ ਆ ਗਿਆ, ਉਹਨੇ 7-8 ਸਾਲ ਪਹਿਲਾਂ ਕੱਢਿਆ ਕਿ ਸਾਡੀ ਕਾਹਦੀ ਹੋਲੀ, ਕਿਉਂਕਿ ਕਿਸਾਨਾਂ ਦਾ ਕੀ ਹਾਲ ਸੀ ਆਪਾਂ ਦੇਖਿਆ ਹੀ 8 ਸਾਲ 'ਚ, ਹੈ ਨਾ। ਇੱਦਾਂ ਹੀ ਆਪਾਂ ਨੂੰ ਥੋੜ੍ਹਾ ਜਿਹਾ ਤਾਂ ਸੋਚਣਾ ਪੈਣਾ ਨਾ। ਮੈਂ ਨਹੀਂ ਕਹਿ ਰਿਹਾ ਸੈਲੀਬ੍ਰੇਟ ਨਾ ਕਰੋ, ਸੈਲੀਬ੍ਰੇਸ਼ਨ ਸਾਨੂੰ ਇੱਕ ਹੋਪ ਦਿੰਦੀ ਆ, ਬਟ ਸੈਲੀਬ੍ਰੇਸ਼ਨ ਉਸ ਵੇਲੇ ਪਾਵਰਫੁਲ ਹੋ ਜਾਂਦੀ ਆ ਜਦ ਉਹਦੇ ਪਿੱਛੇ ਜਿਹੜਾ ਉਹਦਾ ਮਕਸਦ ਆ ਉਹਦੇ ਨੇੜੇ ਚਲੇ ਜਾਈਏ। ਸੋ ਮੇਰੇ ਵਿੱਚੋਂ ਕਿਹੜੀ ਅਗਿਆਨਤਾ ਘਟ ਰਹੀ ਆ ਅੱਜ? ਪਟਾਕੇ ਚਲਾਣੇ ਚਲਾਓ, ਮਠਿਆਈ ਖਾਣੀ ਖਾਓ, ਮੈਨੂੰ ਵੀ ਬੜੀਆਂ ਸਵਾਦ ਲੱਗਦੀਆਂ ਨੇ, ਬਟ ਜੇ ਅਸੀਂ ਮਕਸਦ ਭੁੱਲ ਗਏ, ਫਿਰ ਅਸੀਂ ਬੰਦੀ ਆਪਣੀ ਵਧਾਈ ਜਾ ਰਹੇ ਹਾਂ। ਸਾਡੀ ਖਲਾਸੀ ਨਹੀਂ ਹੋਣੀ, ਫਿਰ ਫਰੀ ਨਹੀਂ ਹੋਣਾ ਅਸੀਂ। ਸੋ ਜੋ ਹੁਣ ਇੰਗਲੈਂਡ ਵਿੱਚ ਪਹਿਲੀ ਵਾਰ ਇੰਡੀਅਨ ਕਹੀ ਜਾਂਦੇ ਨੇ, ਐਕਚੁਅਲੀ ਉਹ ਪੰਜਾਬੀ ਪਾਕਿਸਤਾਨੀ ਜਿਹੜਾ ਯੂਕੇ ਦਾ ਪ੍ਰਾਈਮ ਮਿਨਿਸਟਰ ਬਣਿਆ ਨਵਾਂ। ਪੰਜਾਬ ਤੋਂ ਆਈ ਫੈਮਿਲੀ, ਐਗਜ਼ੈਕਟਲੀ, ਉਹ ਵੀ ਪਾਕਿਸਤਾਨ ਸਾਈਡ ਵਾਲੀ, ਟਵਾਈਸ ਮਾਈਗਰੈਂਟ, ਹੈ ਨਾ। ਇੱਥੇ ਵੀ ਪੋਲੀਟਿਕਸ ਵਿੱਚ ਕੀ ਹੋ ਰਿਹਾ, ਪੰਜਾਬ ਦੀ ਵੀ ਕੀ ਗੱਲ ਚੱਲ ਰਹੀ ਹੈ, ਪੂਰੀ ਦੁਨੀਆ ਵਿੱਚ ਪੋਲੀਟੀਕਲ ਤੇ ਰਿਲੀਜੀਅਸ ਬੰਦਿਆਂ ਨੇ ਆਫਤ ਲਿਆਈ ਪਈ ਹੈ। ਉਹੀ ਨਿਊਜ਼ ਹੁੰਦੀ ਹੈ ਮੋਸਟਲੀ, ਦੇਖ ਲਿਓ। ਸੋ ਵਿਚ ਮੀਨਸ ਕਿ ਸਾਡੀ ਕੈਪਟੀਵਿਟੀ ਤਾਂ ਉੱਦਾਂ ਹੀ ਜਾਰੀ ਆ ਨਾ। ਜੇ ਅਸੀਂ ਕੈਪਟੀਵਿਟੀ 'ਚੋਂ ਬਾਹਰ ਆਉਣਾ, ਅਸੀਂ ਆਪਣਾ ਦੀਵਾ ਕਿਵੇਂ ਬਾਲੀਏ, ਇਹ ਜ਼ਰੂਰ ਗੱਲ ਕਰੋ ਘਰਾਂ 'ਚ। ਜਿਵੇਂ ਘਰ ਨਾਲ ਤੁਸੀਂ ਬੈਠੋਗੇ, ਡਿਨਰ ਕਰੋਗੇ, ਦੋਸਤਾਂ ਯਾਰਾਂ ਨੂੰ ਮਿਲੋਗੇ, ਪਾਰਟੀ 'ਤੇ ਜਾਓਗੇ, ਜੈਜ਼ੀ ਬੀ ਦੀ ਕੌਨਸਰਟ ਸੁਣੋਗੇ, ਕਨੈਕਟਸ ਦੇ ਗੇਮ 'ਤੇ, ਉਹਦੇ ਵਿੱਚ 30 ਸੈਕਿੰਡ ਇਹ ਗੱਲ ਕਰ ਲਓ ਆਪਣੇ ਆਪ ਨਾਲ ਤੇ ਆਪਣੇ ਨੈਟਵਰਕ ਨਾਲ। ਅੰਦਰ ਦਾ ਹਨੇਰਾ ਕਿਵੇਂ ਦੂਰ ਕਰਨਾ? ਜਦ ਅੰਦਰ ਦਾ ਹਨੇਰਾ ਦੂਰ ਹੋਣਾ ਸ਼ੁਰੂ ਹੋਊ, ਬਾਹਰਲੀ ਗੁਲਾਮੀ ਟੁੱਟੂਗੀ, ਬਾਹਰ ਦੀ ਕੈਦ ਟੁੱਟੂਗੀ। ਇਹ ਕੈਦਾਂ ਗੁਰੂ ਸਾਹਿਬ ਨੇ ਤੋੜੀਆਂ ਨੇ, ਪਹਿਲਾਂ ਅਕਲ ਦੇ ਲੈਵਲ 'ਤੇ, ਫਿਰ ਪੋਲੀਟੀਕਲ ਲੈਵਲ 'ਤੇ। ਹਰਿੰਦਰ ਸਿੰਘ ਜੀ, ਬਹੁਤ ਬਹੁਤ ਮਿਹਰਬਾਨੀ ਤੁਹਾਡੀ, ਬਹੁਤ ਸ਼ੁਕਰੀਆ। ਤੁਸੀਂ ਬਹੁਤ ਵਧੀਆ ਗੱਲਾਂ ਦੱਸ ਕੇ ਜਾਂਦੇ ਹੋ, ਜਿਹੜੇ ਆਮ ਲੋਕਾਂ ਦੇ ਸਮਝ ਆਉਂਦੀਆਂ ਨੇ ਔਰ ਉਹਨਾਂ ਦੀ ਜ਼ਿੰਦਗੀ ਨੂੰ ਪ੍ਰਭਾਵਿਤ ਕਰਦੀਆਂ ਨੇ। ਥੈਂਕ ਯੂ। ਮਿਹਰਬਾਨੀ ਜੀ।